ਧੰਨ ਵਾਹਿਗੁਰੂ ਸਾਹਿਬ ਜੀਓ। 12 ਮਹਾਮਾਦ ਮਹਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੇ ਦਿਸ਼ ਭ੍ਰਮੇ ਥਕ ਆਈ ਪ੍ਰਭ ਕੀ ਸ਼ਾਮ। ਤੀਨ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਾਹ ਨਾ ਮਿਲਿਐ ਸਾਜਨੈ ਕਤ ਪਾਈਐ ਬਿਸ਼ਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟੀ ਭੱਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਕਾਇਨਾਤ ਕਾਲ ਦੀ ਚਾਲ ਨਾਲ ਚੱਲਦੀ ਹੈ। ਸਮੇਂ ਦੀ ਤਬਦੀਲੀ ਕੁਦਰਤ ਵਿੱਚ ਬੜੀਆਂ ਤਬਦੀਲੀਆਂ ਲੈ ਕੇ ਆਉਂਦੀ ਹੈ। ਇਹ ਤਬਦੀਲੀਆਂ ਦੀ ਉਦਾਹਰਨ ਲੈ ਕੇ ਸਤਿਗੁਰੂ ਜੀ ਨੇ ਮਨੁੱਖ ਦੇ ਅੰਦਰ ਦੀ ਦਸ਼ਾ ਨੂੰ ਸਮਝਾਇਆ। ਬਾਹਰ ਦੀ ਗਰਮੀ ਕਾਇਨਾਤ ਦੀ ਸੁਹੱਪਣ ਤੇ ਖੇੜੇ ਨੂੰ ਖੋਹ ਲੈਂਦੀ ਹੈ। ਸਰਦੀ ਦਾ ਕਹਿਰ ਇਉਂ ਲੱਗਦਾ ਜਿਵੇਂ ਕੁਦਰਤ ਨਾਲ ਖੇੜਾ ਰੁੱਸ ਗਿਆ ਹੋਵੇ। ਇਸੇ ਤਰ੍ਹਾਂ ਪਿਆਰ ਵਾਲਿਓ, ਸਮੇਂ ਦੇ ਪ੍ਰਭਾਵ ਨਾਲ ਸਾਡੇ ਅੰਦਰ ਵੀ ਤਬਦੀਲੀਆਂ ਆਉਂਦੀਆਂ ਨੇ। ਜਦੋਂ ਮਨੁੱਖ ਵਿਕਾਰੀ ਪ੍ਰਭਾਵ ਥੱਲੇ, ਜਦੋਂ ਮਨੁੱਖ ਮਾਇਆ ਦੇ ਪ੍ਰਭਾਵ ਥੱਲੇ ਜ਼ਿੰਦਗੀ ਗੁਜ਼ਾਰਦਾ ਹੈ, ਇਹਦੇ ਵੀ ਅੰਦਰ ਕੁਝ ਪਤਝੜ ਤੇ ਕੁਝ ਬਸੰਤ ਬਣਦੀ ਹੈ। ਰਹਿਮਤ ਵਰਸ ਜਾਏ ਤੇ ਬਰਸੰਤ ਆ ਜਾਂਦੀ ਹੈ। ਰਹਿਮਤ ਵੀ ਹੋਣੀ ਜ਼ਿੰਦਗੀ, ਬਖਸ਼ਿਸ਼ ਵੀ ਹੋਣੀ ਜ਼ਿੰਦਗੀ। ਸਮੇਂ ਦੇ ਪ੍ਰਭਾਵ ਨਾਲ, ਵਿਕਾਰਾਂ ਦੇ ਪ੍ਰਭਾਵ ਨਾਲ, ਮਾਇਆ ਦੇ ਪ੍ਰਭਾਵ ਨਾਲ ਆਪਣੀ ਸੁਹੱਪਣ, ਆਪਣਾ ਖੇੜਾ, ਆਪਣੇ ਅੰਦਰੂਨੀ ਦੌਲਤ ਤੋਂ ਵਾਂਝੀ ਹੋ ਜਾਂਦੀ ਹੈ। ਅੱਜ ਆਪਾਂ 12 ਮਾਹਾਂ ਦੀ ਕੁਝ ਵਿਚਾਰ ਸਾਂਝੀ ਕਰਾਂਗੇ। ਅਸਲ ਵਿੱਚ ਸੱਚ ਇਹ ਹੈ, ਸੰਸਾਰ ਦੇ ਅੰਦਰ 12 ਮਾਹਾਂ ਬੜੇ ਲੋਕਾਂ ਨੇ ਲਿਖਿਆ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਕਿਤਾਬ ਹੈ ਪੰਜਾਬੀ 12 ਮਾਹਾਂ। ਉਹਦੇ 'ਚ ਕਿੰਨੇ 12 ਮਾਹਾਂ ਦਾ ਜ਼ਿਕਰ ਹੈ। ਕਰੀਬ ਬਹੁਤੇ ਕਵੀਆਂ ਦੀਆਂ ਕਲਮਾਂ ਨੇ 12 ਮਾਹਾਂ ਦੇ ਵਿਸ਼ੇ ਨੂੰ ਛੂਹਿਆ ਹੈ। ਪਰ ਫਰਕ ਸਿਰਫ ਇਤਨਾ ਸੀ ਵੀ ਉਹਨਾਂ ਲੋਕਾਂ ਦਾ ਆਪਣਾ ਤਲ, ਮਿਆਰ, ਪੱਧਰ, ਸੋਚ ਦਾ ਪੱਧਰ ਜਿਤਨਾ ਕੁ ਸੀ ਉਤਨਾ ਕੁ ਉਹਨਾਂ ਨੇ 12 ਮਾਹਾਂ ਵਿੱਚ ਜ਼ਿਕਰ ਕਰ ਦਿੱਤਾ। ਮੌਜ ਮੇਲੇ ਵਾਲੀ ਉਹਨਾਂ ਦੀ ਅਵਸਥਾ ਸੀ। ਸੁਭਾਵਿਕ ਹੈ ਉਹਨਾਂ ਦੇ 12 ਮਾਹਾਂ ਵਿੱਚ ਬਹੁਤਾ ਜ਼ਿੰਦਗੀ ਦੇ ਮੌਜ ਮੇਲਿਆਂ ਦਾ ਵਰਣਨ ਹੈ। ਪਰ ਗੁਰਦੇਵ ਨੇ ਸਾਨੂੰ ਮਨੁੱਖਾ ਜਾਮੇ ਦਾ ਇੱਕ ਮਕਸਦ ਬਿਆਨ ਕੀਤਾ ਹੈ। ਸਾਡੀ ਜ਼ਿੰਦਗੀ ਦਾ ਇੱਕ ਮਕਸਦ ਹੈ। ਅਸੀਂ ਪ੍ਰਭੂ ਤੋਂ ਵਿਛੜਿਆਂ ਨੇ,
ਜੀਵਨ ਦਾ ਸਫ਼ਰ ਕਰਕੇ ਮੁੱਲ ਮਾਲਕ ਦੇ ਵੱਲ ਜਾਣਾ ਹੈ। ਤੋ ਜਿਹੜੇ ਗੁਰਮਤਿ ਦੇ 12 ਮਹਾਂ ਨੇ ਉਹ ਅਸਲ ਵਿੱਚ ਵਿਜੋਗ ਤੋਂ ਲੈ ਕੇ ਸੰਜੋਗ ਤੱਕ ਦੀ ਯਾਤਰਾ ਹੈ। ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਯਾਤਰਾ ਹੈ। ਦੁਨੀਆ ਦੇ ਲਿਖੇ 12 ਮਹਾਂ ਦੇ ਵਿੱਚੋਂ ਸਿਰਫ ਦੁਨੀਆ ਦੀਆਂ ਮੌਜ ਮਸਤੀਆਂ ਦਾ ਜ਼ਿਕਰ ਹੈ। ਹਜ਼ੂਰ ਨੇ ਬੜੀ ਪਿਆਰੀ ਦਾਤ ਬਖਸ਼ਿਸ਼ ਕੀਤੀ। ਕਹਿਣ ਲੱਗੇ, ਜਗਤ ਦੇ ਮੇਲੇ ਵਿੱਚ ਮਨਾ ਜਿਹਨੂੰ ਤੂੰ ਦੇਖ ਕੇ ਭੁੱਲਿਆ ਹੈ, ਉਹਨੇ ਤਾਂ ਤੈਨੂੰ ਪਹਿਲੀ ਭੁਲਾਇਆ ਹੋਇਆ। ਰੱਬ ਤੇ ਪਹਿਲੀ ਭੁੱਲਿਆ ਹੋਇਆ। ਤੇ ਇਸ ਮੌਜ ਮੇਲੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਦੇ ਸਰਮਾਏ ਨੂੰ ਗੁਜ਼ਾਰ ਬੈਠੇਗਾ, ਮਾਲਕ ਦਾ ਮਿਲਾਪ ਨਹੀਂ ਹੋਣਾ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਇਹ ਦੁਨੀਆ ਦਾ ਸ਼ਹਿਰ ਮੇਲਾ ਜਿਹੜਾ, ਇਹਦੇ ਵਿੱਚ ਦਸਤਗੀਰੀ ਦਾ ਅਰਥ ਹੁੰਦਾ ਹੈ ਹੱਥ ਵਿੱਚ ਆਉਣ ਵਾਲੀ, ਤੇਰੇ ਹੱਥ ਵਿੱਚ ਆਉਣ ਵਾਲੀ ਇੱਕ ਵੀ ਚੀਜ਼ ਨਹੀਂ ਹੈ। तो गुरु साहब ने नवेकली किस्म के 12 मਹਾਂ लिख के ਜਿਹਦੇ ਨਾਲ ਸਾਨੂੰ अपनी जिंदगी की सूझबूझ आवे ਅਤੇ अपनी जिंदगी के कारज ਵੱਲ ਵਧੀਏ। गुरदेव सच्चे पातशाह ने कृपा की सानू अंदरूनी गल समझाई है। तो सच्चे पातशाह के इस 12 मਹਾਂ ਦੇ 2 ਗੱਲਾਂ मैं होर कहनियां चाहुंदा। ਇਹ ਗੱਲ ਚੇਤਾ ਰੱਖਿਓ, ਦੁਨੀਆ ਦੀਆਂ ਜਿੰਨੀਆਂ ਵੀ ਪੰਕਤੀਆਂ ਕਲਮਾਂ ਨੇ ਲਿਖਿਆ ਹੈ ਉਹ ਸਿਰਫ 2 ਵਿਸ਼ਿਆਂ ਤੇ ਬਹੁਤਾ ਲਿਖਿਆ। ਇੱਕ ਤੇ ਪ੍ਰਕਿਰਤੀ ਬਾਰੇ ਬਹੁਤ ਕੁਝ ਲਿਖਿਆ। ਜਦੋਂ ਵੀ ਕਦੇ ਕਿਸੇ ਦੀ ਗੱਲ ਕਰਨੀ ਹੋਵੇ ਤੇ ਉਦੋਂ ਪ੍ਰਕਿਰਤੀ ਦੀਆਂ ਉਦਾਹਰਨਾਂ ਲਈਆਂ ਜਾਂਦੀਆਂ ਨੇ। ਪ੍ਰਕਿਰਤੀ ਦੀਆਂ ਉਦਾਹਰਨਾਂ ਇਸ ਲਈ ਹੁੰਦੀਆਂ ਨੇ ਕਿਉਂਕਿ ਪ੍ਰਕਿਰਤੀ ਝੂਠ ਨਹੀਂ ਬੋਲਦੀ। ਜੋ ਕੁਝ ਸੱਚ ਹੈ ਉਹ ਸੱਚ ਹੈ। ਜੇ ਕੁਦਰਤ ਕੋਲੋਂ ਖੇੜਾ ਰੁੱਸਿਆ ਤੇ ਦਰਖਤਾਂ ਦਾ ਉਹਨਾਂ ਕੋਲੋਂ ਗੁਆਚਿਆ ਹੋਇਆ ਸਰਮਾਇਆ ਪ੍ਰਤੱਖ ਪਤਾ ਲੱਗਦਾ ਹੈ। ਇਹ ਨਹੀਂ ਹੈ ਵੀ ਬਾਹਰ ਕੋਈ ਪਖੰਡ ਕਰ ਲਿਆ। ਦੂਜੀ ਬਹੁਤੀ ਕਲਮ ਚੱਲੀ ਮੁਹੱਬਤ ਉੱਤੇ, ਪ੍ਰੀਤ ਉੱਤੇ, ਪ੍ਰੇਮ ਉੱਤੇ। ਸਤਿਗੁਰੂ ਜੀ ਨੇ ਕੈਸੀ ਕਮਾਲ ਕੀਤੀ, 2 ਚੀਜ਼ਾਂ ਇੱਕੋ ਥਾਂ ਤੇ ਇਕੱਠੀਆਂ ਕਰ ਦਿੱਤੀਆਂ। ਗੁਰਬਾਣੀ ਵਿੱਚ ਬਹੁਤ ਵਾਰੀ ਪ੍ਰਕਿਰਤੀ ਦੀਆਂ ਉਦਾਹਰਨਾਂ ਦਿੱਤੀਆਂ ਨੇ, ਗੁਰਬਾਣੀ ਵਿੱਚ ਬਹੁਤ ਵਾਰੀ ਪ੍ਰੀਤ ਦੀਆਂ ਉਦਾਹਰਨਾਂ ਦਿੱਤੀਆਂ ਨੇ, ਤਾਂ ਕਿ ਮਨੁੱਖ ਨੂੰ ਪਤਾ ਲੱਗ ਜਾਏ। 2 ਵਿਸ਼ੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਕਿਉਂਕਿ ਜਿਹੜੀ ਤਬਦੀਲੀ ਉਹ ਸਾਨੂੰ ਵਿਛੋੜੇ ਤੇ ਸੰਜੋਗ ਦਾ ਅਹਿਸਾਸ ਕਰਵਾਉਂਦੀ ਹੈ, ਪਰ ਜਿਹੜੀ ਪ੍ਰੀਤ ਹੈ ਉਹ ਸਾਨੂੰ ਮਾਲਕ ਦੇ ਘਰ ਨਾਲ ਜੋੜ ਦਿੰਦੀ ਹੈ। ਇਸੇ ਲਈ ਗੁਰਮਤਿ ਨੇ ਜਿਹੜਾ ਰਾਹ ਚੁਣਿਆ ਉਹ ਪ੍ਰੇਮ ਦਾ ਰਾਹ ਚੁਣਿਆ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਬਟ ਭਾਗੀ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਪੰਥਾ ਪ੍ਰੇਮ ਨਾ ਜਾਣੀ, ਭੂਲੀ ਫਿਰੇ ਗਵਾਰ। ਨਾਨਕ ਹਰ ਵਿਸਰਾਏ ਕੈ, ਆਉਂਦੇ ਨਰਕ ਅੰਧਿਆਰ। ਤੋਂ ਅੱਜ ਸਤਿਗੁਰੂ ਜੀ ਨੇ ਬੜੀ ਪਿਆਰੀ ਦਾਤ ਬਖਸ਼ਿਸ਼ ਕੀਤੀ ਹੈ। 12 ਮਹਾਂ ਦੇ ਇਸ 14 ਅੰਕ ਨੇ ਮਾਝ ਰਾਗ ਦੇ 12 ਮਹਾਂ ਵਿੱਚ। ਉਹਦੀ ਇੱਕ ਅੰਗ ਆਰੰਭਤਾ ਵਿੱਚ ਹੈ, ਇੱਕ ਅਖੀਰ ਵਿੱਚ ਕੱਢਿਆ ਹੋਇਆ ਤੱਤ ਹੈ। ਉਹਦੇ ਦਰਮਿਆਨ 12 ਮਹੀਨਿਆਂ ਦਾ ਜ਼ਿਕਰ ਹੈ। ਔਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਤੁਖਾਰੀ ਰਾਗ ਵਿੱਚ 12 ਮਹਾਂ ਉਚਾਰਿਆ ਸੀ। ਪਹਿਲਾ 12 ਮਹਾਂ ਗੁਰੂ ਨਾਨਕ ਸਾਹਿਬ ਜੀ ਦਾ ਹੈ, ਪਰ ਉਹਦੀ ਥੋੜ੍ਹੀ ਸ਼ਬਦਾਵਲੀ ਵਿਖਮ ਹੋਣ ਕਰਕੇ ਉਹ ਆਮ ਪ੍ਰਚਲਿਤ ਨਹੀਂ ਹੋ ਸਕਿਆ। ਆਮ ਪ੍ਰਚਲਿਤ ਇਹ 12 ਮਹਾਂ ਮਾਝ ਰਾਗ ਦਾ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਹਦੀ ਗੱਲ ਹੈ। 1-2 ਬੇਨਤੀ ਹੋਰ ਕਰਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ ਸਾਰੀ। ਇਹ ਗੱਲ ਚੇਤਾ ਰੱਖਿਓ, ਜਿਹੜੀ ਵਿਪਰਵਾਦੀ ਸੋਚ ਹੈ ਉਹਨੇ ਮਨੁੱਖਤਾ ਦਾ ਬੜਾ ਨੁਕਸਾਨ ਕੀਤਾ ਹੈ। ਉਹਦਾ ਕਾਰਨ ਸਿਰਫ ਇੱਕੋ ਹੀ ਹੈ, ਕਿਉਂਕਿ ਵਿਪਰ ਕੋਲ ਧਰਮ ਨਹੀਂ ਸੀ ਹੁੰਦਾ, ਉਹਦੇ ਕੋਲ ਭਰਮ ਹੁੰਦਾ ਸੀ। ਉਹਨੇ ਹਰ ਗੱਲ ਨਾਲ ਕਿਸੇ ਨਾ ਕਿਸੇ ਤਰੀਕੇ ਭਰਮ ਨੂੰ ਜੋੜ ਕੇ ਤੇ ਉਹਨੇ ਆਪਣੀ ਤੋਰੀ ਫੁਲਕੇ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸੇ ਤਰ੍ਹਾਂ ਲੋਕਾਂ ਦੇ ਮਨਾਂ ਵਿੱਚ ਇਹ ਭਰਮ ਸੀ ਵੀ ਸੰਗਰਾਂਦ ਵਾਲੇ ਦਿਨ ਜਾਂ ਮਹੀਨੇ ਦੀ ਆਰੰਭਤਾ ਵਾਲੇ ਦਿਨ ਕਿਸੇ ਕੋਲੋਂ ਚੰਗਾ ਨਾ ਸੁਣ ਲੈਣਾ ਹੀ ਬਸ ਇੰਨੀ ਗੱਲ ਹੀ ਬਹੁਤ ਹੈ। ਹਜ਼ੂਰ ਨੇ ਆਖਿਆ ਨਹੀਂ ਭਲਿਆ। ਮੈਂ ਤੈਨੂੰ ਗੱਲ ਸਮਝਾਉਣਾ ਚਾਹੁੰਦਾ। ਪਹਿਲੀ ਗੱਲ, ਤੇਰਾ ਵਿਛੋੜਾ ਕਿਉਂ ਹੋਇਆ? ਤੇਰਾ ਵਿਛੋੜਾ ਕਰਮਾਂ ਦੇ ਕਾਰਨ ਹੋਇਆ।
रब नहीं सी विछोड़ना चाहता, पर तू माया की नगरी विच आके माया के प्रभाव थले कर्म ही ऐसे कीते ने जिहड़े विछोड़े का कारण बन गए। दूजी गल, उन्हां कर्मां नूं कबूल कर, अपनियां गलतियां नूं कबूल कर। तीजी गल, मालिक अगे जोतड़ी कर, अरदास कर, मिलाप हो जाए। तिन्ने विषयां दे उत्ते सतगुरु जी ने अज की विचार बख्शिश की है। तो गुरुदेव सच्चे पातशाह कृपा करते हैं। 12 महा मांझ महला पंजवां कर चौथा। 12 महा बाणी का नाम है, मांझ राग का नाम है, महला पंजवां भाव धन गुरु अर्जन पातशाह जी की पावन पवित्र बख्शिश है। चौथे कर विच गाउण की ताकीद है। एक ओंकार सतगुर प्रसाद परमेश्वर एक है, सर्व जगह व्यापक है, ते उहदा मिलाप जिहड़ा गुरु की रहमत नाल हुंदा है। किरत कर्म के विछुड़े कर कृपा मेलो राम। मैं अपने कम्मां के कारण विछड़ गया। इत्थे किरत का अर्थ जिहड़ी दशा नौहां की किरत कार करदे वो नहीं। किहड़ी किरत? जिहड़ी किरत मेरे हंकार का कारण बन गई। सतगुरु जी की बाणी दे विच पावन वचन है। मालिक जी आखते ने, कहते जब ये जाने मैं किश करता, तब लग गर्भ जोन में फिरता। जब लग जाने मुझते कश होए, तब इसको सुख नहीं कोई। जदों ये कर्म करके ये एहसास करदा है भई आ काम मैं कीता है, वो जिहड़ी विचली मैं है ना हंकार, वही फंदे का कारण बनती है। जदों तक ये मन विच विचार है भी मैं कुछ करदा है, जब लग मेरी मेरी करे, तब लग काज एक नहीं सरे। जदों तक मेरी मेरी करदा है, इत्थों तक धार्मिक काम करदा होया भी मेरी कर लैंदा है। देखो जपजी साहिब के आरंभता विच एक वचन है, दस बड़ी बारी बेनती करदा है, वो वचन नूं बड़ी गंभीरता नाल लेना चाहिए। हजूर का वचन है, गावे को ताण होवे किसे ताण। तैनूं रब्बा वो गाउंदा है जिन्हों तू जोर बख्शिश करदा है, जिन्हों तू समर्था बख्शिश करदा है। मेरी तो कोई विच ऐसी भावना ही नहीं सी। नहीं, असी तां धार्मिक काम करदिआं भी हंकारी हो जाने हैं। पाठ पढ़ियो अर वेद विचारियो, निबल भयंगम साधे, पंच जना से संग न छुटकियो, अधिक अहंग बुद्ध बाधे। प्यारे इन विच मिलन ना जाई, अहंग बुद्ध बाधिया होया ते रब नाल मिलाप नहीं कर सकता। मैं किए कर्म अनेका, हार परियो स्वामी के द्वारे। जीजे बुद्ध बबीका, ढह पै मालिक दे चरना। तो उठे आके बेनती कर, सतगुरु जी मेरे ते रहमत कर, मेल लियो दयाल। ढह पे द्वारिया, रख लेवो दीन दयाल। प्रमुद बहारिया, भगत बशल तेरा बिरद, हर पद तो उधारिया। मोहि तुझ में नाही कोय, बिनो मोह सारिया। कर के लियो दयाल, सागर संसारिया। ढह पे गुरु दे चरना च मना, कह अपने मालिक नूं मेरा तेरे तो बिना कोई नहीं है। किरत कर्म के विछुड़े, अनक तपस्या करे अहंकार। नरक सुर्ग फिर अवतार। तीर्थ व्रत अरदान कर, मन में धरे गुमान। नानक ने फल जात ते, ज्यों कुंचर इशनान। अहंग बुद्ध कर्म कमा बने, गृह बालू नीर बहा बने। जिवें बच्चा एक रेत दे नाल खेडदा है, पानी की छल आई, रेत दे बनाए बच्चे के घर वो तबाह करके चले जाती है। इसे तरह मेरे किए हुए काम हंकार की छल सारे बर्बाद कर जाती है। किरत कर्म के विछुड़े, मालिक मैं अपने कम्मा करके विछड़िया मैं प्रवान करदा। इस गल नूं मैं कबूल करदा। सब तो पहला मिलाप तां होना प्यार वालिओ, अपनियां गलतियां नूं कबूल करिए, अपने औगणां नूं कबूल करिए। असी कबूल नहीं करते। उहदे बख्शण विच थोड़ा देरी है, तो कह दे मना, हम अवगुण भरे एक गुण नहीं।
अमृत छाड़ विखे विखाही, माया मोह भरम पै पूडे, सुतदारा सो प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास भाट कीरत की, गुरु रामदास राखो शरणाई। कह दे मना कोई फर्क नहीं पैंदा, मालिक मेल लएगा। किरत कर्म की विछुड़े, कर किरपा मेलो राम। तेरे कुल मैं में नहीं आया, चार कुंट दे दिश भ्रमे, थक आए प्रभ की शाम। चार ही कुंडा पाड़ लिया मालिक, किसी ने भी नहीं रखा। तेरे विछोड़े के कारण मेरे गुण गल गए, हुण मैनू किसी ने भी नहीं रखा। मार ते पैंदी है पर स्वीकार दा कोई भी नहीं। हालत मेरी ये होगी, ढेन दुधै ते बाहरी। ढेन का अर्थ हुंदा है गां। जिवें गां दे कोल एक कुदरत का गुण है, तेरा दिता गुण है, वह घाह फूस खांदी है, पट्ठे खांदी है, और अमृत वर्गा दुध दिंदी है। पशु मिले चंगियाइयां, कहते पशुओं को चंगियाइयां मिलदियां ने। खड़ खावे अमृत दे, नाम भी होने आदमी त्रिक जीवन कर्म करे। मैं ऐसा नहीं कर सकिया, मैं खांदा सादा, सोचदा वधिया, मैं ऐसा नहीं कर सकिया। मैं खादा वधिया पर सोचिया माड़ा है, कीता माड़ा है। सतगुरु जिमें एक गां, ਉਹਦੇ ਕੋਲ ਇੱਕ ਗੁਣ ਹੈ, ਪੱਠੇ ਖਾਂਦੀ ਦੁੱਧ ਦਿੰਦੀ ਹੈ। ਇਸੇ ਗੁਣ ਦੇ ਕਾਰਨ ਮਾਲਕ ਉਹਨੂੰ ਪਾਣੀ ਵੀ ਪਿਲਾਉਂਦਾ ਹੈ, ਉਹਦੀ ਪੱਠੇ ਵੀ ਪਾਉਂਦਾ ਹੈ, ਉਹਨੂੰ ਧੁੱਪ ਛਾਂ ਦਾ ਖਿਆਲ ਵੀ ਰੱਖਦਾ ਹੈ, ਉਹਦੇ ਦੁੱਖ ਸੁੱਖ ਦਾ ਖਿਆਲ ਵੀ ਰੱਖਦਾ ਹੈ। ਪਰ ਪਿਆਰਿਓ, ਗਾਂ ਦੇ ਤਾਂ ਵੱਸ ਦੀ ਗੱਲ ਨਹੀਂ, ਸਾਡੇ ਤਾਂ ਵੱਸ ਦੀ ਗੱਲ ਹੈ ਨਾ। ਗਾਂ ਦੇ ਤਾਂ ਵੱਸ ਦੀ ਗੱਲ ਨਹੀਂ। ਉਮਰ ਦੇ ਮੁਤਾਬਕ ਉਹਦੇ ਕੋਲੋਂ ਦੁੱਧ ਦੇਣ ਵਾਲਾ ਗੁਣ ਖਤਮ ਹੋ ਜਾਂਦਾ ਹੈ ਤੇ ਮਾਲਕ ਆਪਣੇ ਬੂਹੇ ਤੋਂ ਖੋਲ ਦਿੰਦਾ ਉਹਨੂੰ। ਹੁਣ ਜਿਹੜੀ ਮਾਲਕ ਦੇ ਘਰ ਬੰਨੀ ਹੋਈ ਸੀ, ਅੱਗੇ ਨਿੱਕੀ ਜਿਹੀ ਕੋਈ ਉਹਦੇ ਛਟੀ ਵੀ ਮਾਰ ਦਿੰਦਾ ਸੀ, ਮਾਲਕ ਤੜਪ ਜਾਂਦਾ ਸੀ। ਹੁਣ ਉਹ ਘਰ ਘਰ ਤੋਂ ਡੰਡੇ ਖਾ ਰਹੀ ਹੈ, ਜਿਹਦੇ ਬੂਹੇ ਤੇ ਜਾਂਦੀ, ਜਿਹਦੇ ਖੇਤ ਵਿੱਚ ਜਾਂਦੀ, ਉਹ ਡੰਡਾ ਮਾਰ ਕੇ ਕੱਢ ਦਿੰਦਾ। ਹੁਣ ਮਾਲਕ ਉਹਦੀ ਕੋਈ ਪੈਰਵਾਈ ਨਹੀਂ ਕਰਦਾ, ਕਿਉਂਕਿ ਜਿਹੜਾ ਗੁਣ ਸੀ ਉਹਦੇ ਕੋਲ ਗਲ ਗਿਆ, ਉਹਦਾ ਗੁਣ ਖਤਮ ਹੋ ਗਿਆ। ਹੁਣ ਉਹ ਪੱਠਿਆਂ ਦੇ ਬਦਲੇ ਦੁੱਧ ਨਹੀਂ ਦਿੰਦੀ। ਕਹਿੰਦੇ ਬੰਦਿਆ, ਇਹ ਹਾਲਤ ਤੇਰੀ ਹੈ। ਜੇ ਤੇਰੇ ਵਿੱਚੋਂ ਗੁਣ ਗਲ ਗਏ, ਤੂੰ ਇੱਕ ਗਾਂ ਵਾਂਗੂ ਹੀ ਹੈ। ਮਾਲਕ ਨੇ ਤੇਰੀ ਪਰਵਰਿਸ਼ ਨਹੀਂ ਕਰਨੀ, ਮਾਲਕ ਨੇ ਤੈਨੂੰ ਨਹੀਂ ਸੰਭਾਲਣਾ, ਤੇਰਾ ਵਿਛੋੜਾ ਮਲਾਪ ਵਿੱਚ ਨਹੀਂ ਬਦਲਣਾ। ਦਰ ਦਰ ਦੀਆਂ ਠੋਕਰਾਂ ਖਾਏਗਾ ਮਨਾ। ਕਹਿ ਗੁਰੂ ਨੂੰ ਅਰਦਾਸ ਕਰ, ਤੈਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕੰਮ, ਕਿਸੇ ਕੰਮ ਨਹੀਂ, ਕਿਸਾਈਆਂ ਬਸ ਪੈ ਗਈ। ਅੱਗੇ ਮਾਲਕ ਛੋਟੀ ਮਾਰੀ ਤੋਂ ਵੀ ਤੜਫਦਾ ਸੀ, ਹੁਣ ਅੰਗ ਅੰਗ ਵੱਢ ਦਿੱਤਾ ਕਸਾਈਆਂ, ਕਿਸੇ ਨੂੰ ਦਰਦ ਨਾ ਆਇਆ। ਸਹਿਬਾਗ ਨੇ ਜਲ ਬਿਨ ਸ਼ਾਖ ਕੋ ਮਿਲਾਵਤੀ, ਉਪਜੈ ਨਾਹੀ ਦਾਮ। ਜਲ ਤੋਂ ਵੀ ਹੋਣੀ ਜ਼ਮੀਨ ਜਿਹੜੀ ਹੈ, ਉਹਦੇ ਵਿੱਚ ਬੀਜ ਤੇ ਪਾ ਦਿੱਤਾ ਜਾਂਦਾ ਹੈ, ਪਰ ਪਾਣੀ ਨਹੀਂ ਮਿਲਿਆ, ਉਹ ਬੀਜ ਪੁੰਗਰਦਾ ਨਹੀਂ, ਜੰਮਦਾ ਨਹੀਂ, ਉਹ ਫਸਲ ਨਹੀਂ ਬਣਦਾ, ਉਹ ਕੱਲ ਕੀਤੇ ਹੋਏ ਖਰਚਿਆਂ ਦੀ ਵਾਪਸੀ ਨਹੀਂ ਕਰਦਾ। ਖੇਤੀ ਤੇ ਹੋਇਆ ਖਰਚਾ ਵਾਪਸ ਨਹੀਂ ਕਰਦਾ, ਕਿਉਂਕਿ ਜ਼ਮੀਨ ਨੂੰ ਪਾਣੀ ਨਹੀਂ ਲੱਗਦਾ। ਜ਼ਮੀਨ ਹੈ, ਸਾਈਆਂ ਮੇਰੀ ਇਹੀ ਹਾਲਤ ਹੈ। ਖੇਤ ਸਰੀਰ ਤਾਂ ਮੇਰੇ ਕੋਲ ਹੈ, ਔਰ ਮੈਂ ਇਹਦੇ ਵਿੱਚ ਬੀਜ ਵੀ ਪਾਉਣਾ, ਪਾਠ ਕਰਦਾ, ਸੇਵਾ ਕਰਦਾ, ਸਿਮਰਨ ਕਰਦਾ, ਲੋਕਾਂ ਨਾਲ ਵਿਚਰਦਾ, ਪਰ ਮੈਂ ਕੀ ਕਰਾਂ? ਤੇਰੀ ਬਖਸ਼ਿਸ਼ ਤੋਂ ਬਿਨਾਂ ਜਿਵੇਂ ਜ਼ਮੀਨ ਨੂੰ ਪਾਣੀ ਨਾ ਲੱਗੇ ਤੇ ਉਹਦੇ ਵਿੱਚ ਪਾਇਆ ਬੀਜ ਵੀ ਖਤਮ ਹੋ ਜਾਂਦਾ ਹੈ, ਉਹ ਪੁੰਗਰਦਾ ਨਹੀਂ ਹੈ। ਇਸੇ ਤਰ੍ਹਾਂ ਮੇਰੇ ਅੰਦਰ ਵੀ ਸੇਵਾ ਦਾ ਕੋਈ ਅਸਰ ਨਹੀਂ ਹੁੰਦਾ, ਮੇਰੇ ਅੰਦਰ ਵੀ ਧਾਰਮਿਕ ਕੰਮ ਕੀਤਿਆਂ ਦਾ ਕੋਈ ਅਸਰ ਨਹੀਂ ਹੁੰਦਾ। ਹੰਕਾਰ ਦੀ ਤਪਸ਼ ਜਿਹੜੀ ਹੈ, ਤੇਰੀ ਬਖਸ਼ਿਸ਼ ਤੋਂ ਵੀ ਹੋਣੀ, ਜਿਹੜੀ ਮੇਰੇ ਹਿਰਦੇ ਦੀ ਜ਼ਮੀਨ ਹੈ, ਉਹਦੇ ਵਿੱਚ ਪਾਇਆ ਨਾਮ ਦਾ ਬੀਜ ਵੀ ਗਲ ਜਾਂਦਾ, ਕਿਉਂਕਿ ਹੰਕਾਰ ਦੀ ਤਪਸ਼ ਉਹਨੂੰ ਪੈਦਾ ਨਹੀਂ ਹੋਣ ਦਿੰਦੀ। ਜਲ ਬਿਨ ਸ਼ਾਖ ਕੋ ਮਿਲਾਵਤੀ,
जल तो बिना शाख कुमड़ा जाती है, उपजै नाही दाम। वो मेहनत करने वाले नूं वापस उसका मुल नहीं देंदी। इसे तरह मालिक जी मैं अपने गुण गाल बैठा होया, मेरे समुचे गुण गल गए। बहुत बारी गुरबाणी विच वचन पढ़ते हो, मन एक ना चेतस मूड मना, हर बिसरत तेरे गुण गले। गुण ही तां गले ने मेरे अंदरों, मैनू तेरा विछोड़ा पै गया। हर नाह न मिली है साजन, कत पाई है विश्राम। जे मैं तेनू ना मिलिया साइया, मेरा कोई ठिकाना नहीं तेरे तो बिना। कित्थे विश्राम पावां? ਉਹ ਜਿਹੜੀ ਧੇਨ ਦੁੱਧੇ ਤੇ ਬਾਹਰੀ ਵਾਲੀ ਹਾਲਤ ਹੈ ਮੇਰੀ, ਜਿੱਥੇ ਜਾਣਾ ਡੰਡਾ ਵੱਜ ਜਾਂਦਾ ਹੈ, ਜਿੱਥੇ ਜਾਣਾ ਮੈਂ ਮਾਰ ਖਾਨਾ, ਬਦਨਾਮੀ ਖੱਟਦਾ। ਤੇਰੇ ਗੁਣਾਂ ਤੋਂ ਬਿਨਾ ਮੇਰਾ ਕੋਈ ਟਿਕਾਣਾ ਨਹੀਂ। ਤੇ ਇਹੋ ਹੀ ਨਹੀਂ, ਜਿਤ ਕਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ। ਸਾਈਆਂ ਜਿਸ ਘਰ ਵਿੱਚ ਮਾਲਕ ਦਾ ਪ੍ਰਗਟਾਵਾ ਨਹੀਂ ਹੁੰਦਾ, ਸਾਈਂ ਨਾਲ ਮਿਲਾਪ ਨਹੀਂ ਹੁੰਦਾ, ਆ ਦੇਖਣ ਨੂੰ ਸਰੀਰ ਹੈ ਪਰ ਹੈ ਤਾਂ ਭੱਠੀ ਬਣਿਆ ਪਿਆ ਹੈ, ਤਾਂ ਦਿਨ ਰਾਤ ਤਪਦਾ ਤੇਰੇ ਨਾਮ ਤੋਂ ਬਿਨਾ। ਕਦੇ ਤ੍ਰਿਸ਼ਨਾ ਦੀ ਅੱਗ, ਕਦੇ ਈਰਖਾ ਦੀ ਅੱਗ, ਦੂਜਿਆਂ ਦੇ ਸੁੱਖ ਦੇਖ ਦੇਖ ਕੇ ਤਪੀ ਜਾਣਾ। ਕਦੇ ਈਰਖਾ ਦੀ ਅੱਗ ਹੈ, ਕਦੇ ਤ੍ਰਿਸ਼ਨਾ ਦੀ ਅੱਗ ਹੈ, ਕਦੇ ਵਿਕਾਰਾਂ ਦੀ ਅੱਗ ਹੈ। सतगुरु का एक पावन वचन ख्याल विच रखियो, कहते यूं लगता काया आरण, मन विच लोहा, पंच अगन चित लाग रही। कोयले पाप पड़े तिस उपर, मन जलिया सन्नी चिंत पई। कहते काया भट्ठी बनी पई है, मन ਇਹਦੇ ਵਿੱਚ रखिया होया लोहा, वो गर्म हो जाता है। ते मैं आस करा भी कदे आगी बुझ जाएगी। ਕਹਿੰਦੇ ਇਹ ਵੀ ਨਹੀਂ ਹੁੰਦਾ, ਮੈਂ ਪਾਪਾਂ ਦੇ ਕੋਲੇ ਪਾਈ ਜਾਣਾ, ਅੱਗ ਤੇ ਸਗੋਂ ਹੋਰ ਤਪੀ ਜਾਂਦੀ ਹੈ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਜੇ ਅੱਗ ਮਚਦੀ ਹੈ, ਇਹੋ ਹੀ ਕਰਨਾ ਵੀ ਵਿੱਚੋਂ ਮਾਣੀ ਕੱਢ ਕੇ ਪਾਸੇ ਕਰਦੇ ਹਾਂ। ਕਹਿੰਦੇ ਚਿੰਤਾ ਦੀ ਸੰਨੀ ਉਹਨੇ ਪਕੜ ਕੇ ਰੱਖਦੀ, ਵਿੱਚੋਂ ਅੱਗ ਦੇ ਨਿਕਲਣ ਨਹੀਂ ਦਿੰਦੀ। बड़ी कोशिश करदा मैं विकारां दी दुनिया चों निकल जावां, मैं माया दी तृष्णा दी अग चों निकल जावां, द्वेष भावना दी अग चों निकल जावां, पर तृष्णा दी सन्नी पकड़ के उत्थे ही मैनूं फिर रख देंदी है। फिर चिंता सोच उत्थे ही चले जाती है। भट्ठ नगर से ग्राम, सर्ब शिंगार तंबोल रस, सन देही सब खाम। ਤੇ ਮੈਂ ਏਡੀ ਵੱਡੀ ਗਲਤੀ ਕਰਨਾ ਹੈ। 10 ਕਈ ਵਾਰੀ ਬੇਨਤੀ ਕਰਦੇ ਪਿਆਰ ਵਾਲੇ, ਉਹਨੂੰ ਤਵੱਜੋ ਦੇ ਕੇ ਸਮਝਿਓ। ਦੋ ਚੀਜ਼ਾਂ ਅਕਸਰ ਸਾਂਝ ਪਾਈ ਜਾਂਦੀ ਹੈ, ਇੱਕ ਹੈ ਕਿਰਦਾਰ, ਇੱਕ ਹੈ ਸ਼ਿੰਗਾਰ। ਸ਼ਿੰਗਾਰ ਵੀ ਮੁਬਾਰਕ ਹੈ, ਮਿਲਾਪ ਵਿੱਚ ਸਹਾਈ ਹੋ ਜਾਂਦਾ ਹੈ। ਜਦੋਂ ਵੀ ਆਪਾਂ ਕਿਸੇ ਨੂੰ ਮਿਲਣ ਜਾਂਦੇ ਹਾਂ ਤਾਂ ਪਹਿਲਾ ਕਰਮ ਸ਼ਿੰਗਾਰ ਹੁੰਦਾ ਹੈ, ਤਿਆਰ ਹੋ ਕੇ ਜਾਂਦੇ ਹਾਂ। पर चेते रखियो, जे श्रृंगार तो बहुत वधिया पर किरदार नहीं उहा जिहा, ते कीता श्रृंगार भी मुल नहीं पाउंदा। लोग सुहपण वेख के कोल आ जाते ने पर फिर पिछे हो जाते ने। श्रृंगार देख के मैं जानिया बड़हंस है, तां मैं किया संग, जे जाना बग बपड़ा तो जन्म न दींदी अंग। मैं तो सोचिया सी हंस होएगा, कोल बैठ के पता लग्या कि बगला है। यकीन करके जाने हो, असी बहुत बारी धर्म का श्रृंगार करते हैं, धर्म का किरदार पैदा नहीं करते। धर्म का किरदार भी पैदा कर, धर्म का श्रृंगार भी पैदा कर। किरदार होगा तो माया भटका नहीं सकेगी। छोटी जी बेनती करते हैं, एक प्रेमी बड़े प्यार नाल भांडे मांजदा है, पर जदों किसी गुरु घर वाल नूं जाण वालियां नूं देखदा है, उन्हां नूं वेख वेख के बहुत रोंदा है। कितने सुभागे हो तुसीं, तुहाडीआं अखां ने गुरु अमरदास जी दे दर्शन करने।
कितने सुभागे हो तुसीं, तुहाडे हत्थां ने गुरु अमरदास जी के चरनां नूं छूहणा है। कितने सुभागे हो तुसीं, तुहाडे कन्नां ने गुरु अमरदास जी के बोलां नूं सुनना है। मैं नहीं कर सकता, भांडे मांझी जांदा है, रोई जांदा है, सेवा करी जांदा है, रोई जांदा है। वो किहड़ा सुभागा दिन आवेगा जदों मैं भी तुहाडे वांग गुरु चरनां विच जावांगा। ਉਹਦੀਆਂ ਨਿੱਤ ਦੀਆਂ ਲੇਲੜੀਆਂ, ਉਹਦੇ ਨਿੱਤ ਦੀਆਂ ਇਸ ਤਰ੍ਹਾਂ ਦੀਆਂ ਵਿਲਕੜੀਆਂ ਵੇਖ ਕੇ ਕਈਆਂ ਨੂੰ ਤਰਸ ਆਉਂਦਾ ਹੈ। ਉਹ ਗੁਰੂ ਅਮਰਦਾਸ ਜੀ ਨੂੰ ਵੀ ਦੱਸਦੇ ਨੇ। ਇੱਕ ਗੱਲ ਚੇਤਾ ਰੱਖਿਓ, ਅਥਰੂ ਡੁੱਲਦੇ ਬਾਹਰ ਨੇ। ਆਮ ਕਰਕੇ ਜਿੱਥੇ ਮੈਲ ਲੱਗੀ ਹੋਵੇ ਪਾਣੀ ਉੱਥੇ ਡੋਲੀ ਰਹਿਣਾ, ਪਰ ਅਥਰੂ ਡੁੱਲਦੇ ਬਾਹਰ ਨੇ, ਧੋਤਾ ਦਿਲ ਜਾਂਦਾ ਹੈ। ਅਥਰੂ ਦਿਲ ਤੇ ਨਹੀਂ ਡੁੱਲਦੇ, मैल दिल दी धो दिंदे ने, अथरू डुलदे बाहर ने। बैराग दे अथरू डुलदे ने। प्रेमी दसदे ने गुरु जी नूं जाके, वक्त आया एक दिन गुरु अमरदास जी ने भांडे मांजते ने चुप जाके बांह पकड़ ली। मुख तन चुक के वेख्या, धन गुरु अमरदास जी खलोते ने। फुट पे अंदरों लावा, बहुत कुरलाया। सतगुरु मेरे वर्गे पापी दी भी बांह पकड़ सकदा है, सतगुरु मेरे वर्गे कुरैये दी भी बांह पकड़ सकदा है। मैं ते कुरैया है, तू इतना दयालु हो सकना। गुरु अमरदास जी ने बांह न पकड़ी, कुट के सीने नाल ला लिया। ओ शाहां दे पुत्रा, उठ तू शाह वर्गे काम फिर कर। कहन लग्या, नहीं सतगुरु हुण नहीं, शाह वर्गे काम करके खुआर हो गया सा, हुण तां तेरे चरनां च आया, मिला ले बस, कुछ नहीं चाहिदा, मिला ले। सब कहंदे नहीं भलिया, तेनू दोवें चीज़ां देंगे, रब दी रहमत भी होवेगी ते दुनियावी रहमतां दे नाल, मालिक दीआं रहमतां दे नाल नाल दुनिया दे कारोबार भी करने ने। कोल खलोती संगत पुछदी है, सतगुरु सानू कोई पता नहीं लग्या, पहलां इहदियां अखां तो वगदे अथरूआं तो भी अंदाजा ना लग्या, ते अज तुहाडी बांह पकड़ के सीने नाल लाउणा, इह भी बुझारत बनिया होया, सानू समझ नहीं लगी। हजूर कहन लगे, भले तू आपे दस की करना। वो हुण दसदा प्रेमी, कहन लग्या, मेरा नाम है कंगू शाह, बहुत अमीर हुंदा सा, हंकारी हो गया, सारा कुछ तबाह हो गया। 2 वक्त की रोटी खानी भी औखी होगी, परिवार सारे छड्ड के चले गए। पता लग्या मैं धन गुरु अमरदास जी के चरणों में आ गया, सेवा करन लग पिया। सतगुरु नूं तरस आया, इन्हें मैनू पैसे दिते गुरु जी ने, ते मैं दिल्ली च व्यापार फिर शुरू किया। व्यापार शिखरां नूं छूह गया, बहुत अमीर हो गया सा मुड़ के। पर गुरु जी ने एक सेवक भेजिया, भई इहदी बच्ची की शादी है, इनू कुछ पैसे दे दे। मैं चंदरे ने माया विच भुले हुए ने, वो पर्ची भी भगा के मारी, ते मैं अगे उन्होंने भी धक्के मार के कढ़ दिता। नाल गल कही, जदों पैसे आ जाण, 4 कामयाबी मिल जाए, कई अमरदास आ जाते ने। किहड़े अमरदास की गल करना, मैं नहीं किसी नूं जानदा, तेरी धी है तू आ पिया। कहंदे उन्होंने धक्के दे के की कढ़िया, मैं अपनी बरकतां कढ़ लईआं, मैं रहमतां कढ़ लईआं, सारा कुछ ही मेरे नाल रुस गया। मुड़ के कंगाल हो गया, लोगों का कर्ज देना सी, मूँह छुपदा छुपाउंदा, किधरे रोटी ना मिले, टिकाणा ना मिले। मैं फिर गुरु अमरदास जी के चरणों में आ गया। हुण मैं किवें गुरु दर ते जावां,
ਭਾਂਡੇ ਮਾਂਜਣ ਲੱਗ ਪਿਆ ਸਾਂ, ਸੇਵਾ ਕਰਨ ਲੱਗ ਪਿਆ ਸਾਂ। ਜਦੋਂ ਤੁਹਾਨੂੰ ਜਾਂਦਿਆਂ ਨੂੰ ਦੇਖਦਾ ਸਾਂ ਬੜਾ ਦਿਲ ਰੋਂਦਾ ਸੀ, ਸਤਿਗੁਰੂ ਕਦੇ ਮੈਂ ਵੀ ਤੇਰੇ ਦਰਸ਼ਨ ਕਰਾਂਗਾ। ਸੰਗਤ ਦੀ ਕਿਰਪਾ ਦਾ ਸਦਕਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਅੱਜ ਗੁਰੂ ਨੇ ਫਿਰ ਪੜਦਾ ਕੱਢ ਲਿਆ, ਮੈਨੂੰ ਖਿੱਚ ਕੇ ਸੀਨੇ ਨਾਲ ਲਾ ਲਿਆ। ਬਾਹਾਂ ਪਕੜ ਠਾਕਰ ਹੋਂ ਕੀਦੀ, ਗੁਣ ਅਵਗੁਣ ਨਾ ਪਛਾਣਿਆ। ਪਿਆਰ ਵਾਲਿਓ, ਕਦੇ ਤਾਂ ਮਨ ਤੂੰ ਮੰਨ ਲਿਆ ਕਰ ਵੀ ਮੇਰੀਆਂ ਗਲਤੀਆਂ ਨੇ ਸਤਿਗੁਰੂ, ਪਰ ਤੇਰਾ ਤਾਂ ਸੁਭਾਅ ਨਾ ਹੋ ਭੂਲ ਬੇਕਾਰੇ, ਦਿਨ ਰਾਤ ਹਰ ਲਾਜ ਰਖਾਏ। ਹਮ ਬਾਰਕ ਤੂੰ ਗੁਰ ਪਿਤਾ ਹੈ, ਦੇਹ ਮਤ ਸਮਝਾਏ। ਰਹਿੰਦੀਆਂ ਪੰਕਤੀਆਂ ਦੀ ਵਿਚਾਰ ਕਰੀਏ। ਸਰਬ ਸ਼ਿੰਗਾਰ ਤਮੋਲ ਰਸ, ਸਣ ਦੇਹੀ ਸਭ ਖਾਮ। ਸ਼ਿੰਗਾਰ ਤੇ ਉਤਰ ਜਾਂਦਾ ਹੈ, ਕਿਰਦਾਰ ਨਹੀਂ ਕੰਮ ਆਉਣਾ। ਬੰਦਾ ਧਾਰਮਿਕ ਸ਼ਿੰਗਾਰ ਕਰ ਲੈਂਦਾ, ਕਦੇ ਤੀਰਥਾਂ 'ਚ ਚਲਾ ਗਿਆ, ਕਦੇ ਦਾਨ ਪੁੰਨ ਕਰ ਲਿਆ, ਕਦੇ ਕਈ ਕੁਛ ਕਰ ਲਿਆ ਇਹੋ ਜਿਹੇ ਦਿਖਾਵੇ ਦੇ ਕਰਮ, ਪਰ ਆਪਣੇ ਅੰਦਰ ਨੂੰ ਨਹੀਂ ਬਦਲਾਉਂਦਾ। ਮਾਲਕ ਜੀ ਮੇਰੇ ਗਲੇ ਹੋਏ ਗੁਣ ਜਿਹੜੇ ਨੇ ਔਗਣ ਬਣ ਗਏ ਨੇ, ਤੁਸੀਂ ਕਿਰਪਾ ਕਰੋ ਉਹ ਗੁਣ ਬਣ ਜਾਣ। ਅਰਦਾਸ ਕਰ, ਤੋ ਸੋ ਨਾ ਨਾਥ ਅਨਾਥ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮਾਲਕ ਜੀ ਮੈਂ ਕੀ ਕਰਾਂ, ਮੋਸੋ ਨਾ ਪਤਿਤ ਪਾਵਨ ਨਾ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤਿਹਾਰੀ। ਤੇਰੇ ਵਰਗਾ ਕੋਈ ਨਾਥ ਨਹੀਂ, ਮੇਰੇ ਵਰਗਾ ਕੋਈ ਅਨਾਥ ਨਹੀਂ। ਤੇਰੇ ਵਰਗਾ ਕੋਈ ਦਿਆਲੂ ਨਹੀਂ, ਮੇਰੇ ਵਰਗਾ ਕੋਈ ਦੀਨ ਨਹੀਂ। ਤੇਰੇ ਵਰਗਾ ਕੋਈ ਵਿਚਾਰਵਾਨ ਨਹੀਂ, ਮੇਰੇ ਵਰਗਾ ਕੋਈ ਅਗਿਆਨੀ ਨਹੀਂ। ਤੇਰੇ ਵਰਗਾ ਕੋਈ ਬਖਸ਼ੰਦ ਨਹੀਂ, ਮੇਰੇ ਵਰਗਾ ਕੋਈ ਪਤਿਤ ਪਾਪੀ ਨਹੀਂ, ਜਿਹੜਾ ਗੱਲ ਗੱਲ ਤੇ ਪਾਪ ਕਰਦਾ। ਬਖਸ਼ ਲੈ ਦਾਤਿਆ, ਬਸ ਇਹੋ ਹੀ ਕਹਿਣਾ, ਮੇਰੇ ਤਾਂ ਔਗਣੀ ਔਗਣ ਨੇ, ਬਖਸ਼ਿਸ਼ਾਂ ਤਾਂ ਤੇਰੀਆਂ ਹੀ ਨੇ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਤੇਰੀ ਬਖਸ਼ਿਸ਼ ਤੋਂ ਬਿਨਾਂ ਮੈਂ ਜਿਹੜੇ ਕੰਮ ਕਰਦਾ, ਮੇਰੇ ਕੱਲੇ ਕੱਲੇ ਗੁਣ ਗਲ ਕੇ ਉਹ ਮੇਰੇ ਲਈ ਜੰਮ ਬਣ ਗਏ ਨੇ, ਵਿਛੋੜੇ ਦਾ ਕਾਰਨ ਬਣ ਗਏ ਨੇ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਮੈਨੂੰ ਹੁਣ ਪਤਾ ਲੱਗਿਆ ਸਾਰੇ ਕੰਮ ਤਾਂ ਨਾਮ ਨੇ ਕਰਨੇ ਨੇ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ। ਕੰਮ ਤਾਂ ਸਾਰੇ ਨਾਮ ਨੇ ਕਰਨੇ ਨੇ। ਸਤਿਗੁਰੂ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨੇਤਲ ਧਾਮ। ਮੈਂ ਬੜਾ ਭਟਕ ਕੇ ਆਇਆ, ਮੈਨੂੰ ਉਸ ਸੁਆਮੀ ਨਾਲ ਮਿਲਾ ਦੇ ਜਿਹਦਾ ਨਿਸ਼ਚਲ ਧਾਮ, ਜਿੱਥੇ ਭਟਕਣਾ ਕੋਈ ਵੀ ਨਹੀਂ ਹੁੰਦੀ। ਨਿਸ਼ਚਲ ਦਾ ਮਤਲਬ ਨਾ ਚੱਲਣ ਵਾਲਾ, ਧਾਮ ਦਾ ਮਤਲਬ ਘਰ। ਮੈਨੂੰ ਮਾਲਕ ਦੇ ਘਰ ਨਾਲ ਮਿਲਾ ਦੇ। ਆਓ ਪਿਆਰ ਵਾਲਿਓ, ਕਦੇ ਆਪਣੇ ਔਗਣਾਂ ਦੀ ਵਿਚਾਰ ਕਰਕੇ ਗੁਰੂ ਅੱਗੇ ਅਰਦਾਸ ਕਰੀਏ, ਢਹਿ ਪਈਏ ਮਾਲਕ ਦੇ ਚਰਨਾਂ ਵਿੱਚ, ਬੇਨਤੀ ਕਰੀਏ। ਸਤਿਗੁਰੂ ਕਿਰਪਾ ਕਰੇਗਾ, ਸਾਨੂੰ ਵਿਛੜਿਆਂ ਨੂੰ ਆਪਣੇ ਚਰਨਾਂ ਵਿੱਚ ਜੋੜ ਲਵੇਗਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਭੁੱਲਾਂ ਦੀ ਖਿਮਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।